साध जना की अचरज कथा। मन्नै पावै मोख द्वार, मन्नै परवारै साधार। मन्नै तरै तारी गुर सिख, मन्नै नानक भवै ना भिख। ऐसा नाम निरंजन होए, जिको मन जानै मन कोई। गुरु प्यारी साध संगत जी, चल रही पावन बाणी आसा की जपजी साहब की व्याख्या आप जो आरंभ की है, ਉਹਦੇ ਵਿੱਚ ਅੱਜ ਦੀ ਇਹ ਪੌੜੀ 15ਵੀਂ ਪੌੜੀ ਹੈ। ਮੰਨਿਆਂ ਦੀਆਂ ਜਿਹੜੀਆਂ 4 ਪੌੜੀਆਂ ਨੇ, ਉਹਨਾਂ ਦੇ ਵਿੱਚ ਇਹ ਚੌਥੀ ਪੌੜੀ ਹੈ ਮੰਨਿਆਂ ਦੀ। ਮੰਨੈ ਸ਼ਬਦ ਦੇ ਆਪਾਂ ਅਰਥ ਕੀਤੇ ਨੇ ਮੰਨ ਲੈਣ ਨਾਲ। ਜੋ ਜੀਵ ਸੱਚ ਨੂੰ ਮੰਨਦਾ ਹੈ, ਬਾਣੀ ਨੂੰ ਮੰਨਦਾ ਹੈ, ਗੁਰੂ ਦੀ ਸਿੱਖਿਆ ਨੂੰ ਮੰਨਦਾ ਹੈ, ਹੁਕਮ ਨੂੰ ਮੰਨਦਾ ਹੈ, ਪਾਵੇ ਮੋਖ ਦੁਆਰ, ਉਹ ਮੋਖ ਦੁਆਰ ਨੂੰ ਪਾ ਲੈਂਦਾ ਹੈ, ਮੋਖ ਦੁਆਰ ਨੂੰ ਪ੍ਰਾਪਤ ਕਰ ਲੈਂਦਾ ਹੈ, ਮੁਕਤੀ ਦੇ ਦਰਵਾਜ਼ੇ ਤੇ ਪਹੁੰਚ ਜਾਂਦਾ ਹੈ। ਹੁਣ ਇਹਦੇ ਵਿੱਚ ਦੇਖਣਾ ਵੀ ਆਪਾਂ ਮੋਖ ਦੁਆਰ ਕੀ ਹੁੰਦਾ ਹੈ, ਮੋਖ ਕਿੱਥੋਂ ਹੋਣਾ ਹੈ। ਇੱਕ ਵਿਚਾਰਧਾਰਾ ਹਿੰਦੂ ਮਤ ਨੇ ਦਿੱਤੀ ਸੀ ਵੀ ਜਿਹੜਾ ਇਨਸਾਨ ਹੈ ਸੰਸਾਰ 'ਚ ਆ ਕੇ ਬੜੇ ਪਾਪ ਕਰਦਾ ਹੈ ਤੇ ਪਾਪਾਂ ਤੋਂ ਮੁਕਤੀ ਵਾਸਤੇ, ਖਲਾਸੀ ਵਾਸਤੇ ਇਹਨੂੰ ਤੀਰਥਾਂ ਤੇ ਨਹਾਉਣਾ ਪੈਂਦਾ ਹੈ, ਦਾਨ ਪੁੰਨ ਕਰਨਾ ਪੈਂਦਾ ਹੈ, ਜਿਸ ਪਿੱਛੋਂ ਬੰਦੇ ਨੂੰ ਜਨਮ ਮਰਨ ਤੋਂ ਮੁਕਤੀ ਮਿਲ ਜਾਂਦੀ ਹੈ। ਬਾਬਾ ਨਾਮਦੇਵ ਜੀ ਨੇ ਇੱਕ ਬੜਾ ਪਿਆਰਾ ਸਵਾਲ ਪਰਮੇਸ਼ਰ ਨਾਲ ਸਾਂਝਾ ਕੀਤਾ। ਕਹਿਣ ਲੱਗੇ, ਪ੍ਰਭੂ ਜੀ ਮੈਨੂੰ ਪਤਾ ਲੱਗਿਆ ਵੀ ਤੁਸੀਂ ਮੁਕਤੀ ਦਿੰਦੇ ਹੋ। ਕਹਿੰਦੇ ਬਿਲਕੁਲ। ਕਹਿੰਦੇ ਪਰ ਮੈਂ ਉਹ ਮੁਕਤੀ ਨਹੀਂ ਚਾਹੁੰਦਾ ਜਿਹੜੀ ਕਿ ਇੱਕ ਪੰਡਿਤ ਬ੍ਰਾਹਮਣ ਜਾਂ ਕੋਈ ਕਰਮਕਾਂਡੀ ਬੰਦਾ ਦਿੰਦਾ ਹੈ ਕਿ ਮਰਨ ਤੋਂ ਬਾਅਦ ਤੁਹਾਨੂੰ ਮੁਕਤੀ ਮਿਲੇਗੀ, ਤੁਸੀਂ ਸਾਰੀ ਉਮਰ ਦਾਨ ਪੁੰਨ ਕਰੋ, ਤੀਰਥਾਂ ਤੇ ਨਹਾਓ, ਹਾਂ ਕਰਮ ਜੈਸੇ ਮਰਜ਼ੀ ਕਰੋ, ਅਸੀਂ ਤੁਹਾਨੂੰ ਮੁਕਤੀ ਦਿਵਾ ਦੇਵਾਂਗੇ। ਬੜਾ ਪਿਆਰਾ ਉਹਨਾਂ ਨੇ ਸ਼ਬਦ ਲਿਖਿਆ, ਕਹਿੰਦੇ ਮੂਏ ਹੋਏ ਜੋ ਮੁਕਤੀ ਦਿਓਗੇ, ਮੁਕਤ ਨਾ ਜਾਣੈ ਕੋਇਲਾ। ਜੇ ਰੱਬਾ ਤੂੰ ਮਰਨ ਤੋਂ ਬਾਅਦ ਇਹ ਮੁਕਤੀ ਦੇਣੀ ਹੈ, ਕਹਿੰਦੇ ਉਹ ਮੁਕਤੀ ਨੂੰ ਕੌਣ ਜਾਣੇਗਾ, ਕੀ ਪਤਾ ਲੱਗੇਗਾ ਕਿ ਮੁਕਤੀ ਮਿਲੀ ਹੈ ਕਿ ਨਹੀਂ। ਨਾ ਮਿਲਣ ਵਾਲੇ ਨੂੰ ਪਤਾ ਲੱਗੇ, ਨਾ ਦੁਨੀਆ ਨੂੰ ਪਤਾ ਲੱਗੇ। ਇਸ ਲਈ ਅਗਰ ਮੁਕਤੀ ਦੇਣੀ ਹੈ ਤੇ ਮੈਨੂੰ ਜਿਉਂਦੇ ਜੀ ਮੁਕਤੀ ਦਿਓ। ਹੁਣ ਜਿਉਂਦੇ ਜੀ ਜਿਹੜੀ ਮੁਕਤੀ ਹੈ, ਭਾਵ ਇਸ ਜੀਵਨ ਦੇ ਵਿੱਚ ਅਸੀਂ ਮੁਕਤ ਹੋਣਾ ਹੈ ਬੰਧਨਾਂ ਤੋਂ, ਜਿਉਂਦੇ ਜੀ ਮੁਕਤ ਹੋਣਾ ਸੀ ਭਰਮ ਤੋਂ, ਅਗਿਆਨ ਤੋਂ, ਆਪਣੇ ਅਵਗੁਣਾਂ ਤੋਂ। ਇਹ ਮੁਕਤੀ ਪ੍ਰਾਪਤ ਕਰਨੀ ਹੈ। ਔਰ ਇਹ ਜਿਹੜੀ ਮੁਕਤੀ ਹੈ ਇਹ ਹੋਣੀ ਹੀ ਜਿਉਂਦੇ ਜੀ ਹੈ, ਇਹ ਮਰਨ ਤੋਂ ਬਾਅਦ ਹੋ ਹੀ ਨਹੀਂ ਸਕਦੀ। ਇਹ ਜਿਹੜਾ ਟਾਈਮ ਪੀਰੀਅਡ ਹੈ, ਮਨੁੱਖੀ ਜਾਮਾ ਹੈ, ਇਹਦੇ ਵਿੱਚ ਹੀ, ਇਹਦੇ ਦਰਮਿਆਨ ਰਹਿੰਦੇ ਹੀ ਅਸੀਂ ਇਹ ਮੁਕਤੀ ਪ੍ਰਾਪਤ ਕਰਨੀ ਹੈ। ਹੁਣ ਉਹਦਾ ਤਰੀਕਾ ਕੀ ਹੈ, ਕਹਿੰਦੇ ਮੰਨੈ ਪਾਵੈ ਮੋਖ ਦੁਆਰ। ਜਿਸਨੇ ਗੁਰੂ ਦੀ ਗੱਲ ਨੂੰ ਸੁਣਿਆ ਤੇ ਸੁਣ ਕੇ ਮੰਨ ਲਿਆ ਹੈ, ਉਹ ਮੋਖ ਦੁਆਰ ਪਾ ਲੇਗਾ। ਭਾਵ ਹੁਣ ਦੁਆਰ ਦਾ ਜਿਹੜਾ ਅਰਥ ਹੈ ਨਾ, ਉਰੇ ਦੁਆਰ ਦਾ ਅਰਥ ਵੈਸੇ ਹੁੰਦਾ ਦਰਵਾਜ਼ਾ, ਡੋਰ। ਮੁਕਤੀ ਦਾ ਦਰਵਾਜ਼ਾ, ਮੁਕਤੀ ਦਾ ਰਾਹ। ਇੱਥੇ ਦਾ ਅਰਥ ਕਰਾਂਗੇ ਮੁਕਤੀ ਦਾ ਤਰੀਕਾ, ਰਸਤੇ ਦਾ ਅਰਥ ਕਰਾਂਗੇ ਤਰੀਕਾ। ਕਿਉਂ? ਦੇਖੋ ਜਿਹੜਾ ਰਸਤਾ ਹੁੰਦਾ ਨਾ, ਰਸਤੇ ਦੇ ਰਾਹੀਂ ਜਾਂ ਦਰਵਾਜ਼ੇ ਦੇ ਰਾਹੀਂ ਅਸੀਂ ਘਰ ਦੇ ਵਿੱਚ ਐਂਟਰ ਕਰਦੇ ਹਾਂ। ਜੇ ਦਰਵਾਜ਼ਾ ਨਾ ਹੋਵੇ, ਘਰ ਬਣਾ ਲਈਏ, ਦਰਵਾਜ਼ਾ ਰੱਖੀਏ ਨਾ, ਦਰਵਾਜ਼ਾ ਲਾਇਆ ਨਾ ਜਾਵੇ, ਦਰ ਉਹਦੇ 'ਚ ਬਣਾਇਆ ਹੀ ਨਾ ਜਾਏ, ਤੇ ਉਹ ਘਰ ਦੇ ਵਿੱਚ ਕੋਈ ਨਹੀਂ ਜਾ ਸਕੇਗਾ। ਸੋ ਘਰ ਦੇ ਨਾਲ ਦਰ ਜੁੜਿਆ ਹੁੰਦਾ ਹੈ, ਦਰ ਵਿੱਚੋਂ ਲੰਘ ਕੇ ਘਰ ਵਿੱਚ ਜਾਇਆ ਜਾਂਦਾ ਹੈ। ਇਸ ਲਈ ਦਰ ਤੇ ਘਰ ਹਮੇਸ਼ਾ ਇਕੱਠੇ ਆਉਂਦੇ ਨੇ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ। ਹੁਣ ਇੱਥੇ ਦੁਆਰ ਦਾ ਅਰਥ ਹੈ ਤਰੀਕਾ, ਮੁਕਤੀ ਦਾ ਤਰੀਕਾ, ਮੁਕਤੀ ਦਾ ਸਾਧਨ, ਮੁਕਤੀ ਕਿਵੇਂ ਪ੍ਰਾਪਤ ਹੁੰਦੀ ਹੈ। ਕਹਿੰਦੇ ਉਹ ਇੱਕੋ ਨਾਲ ਹੁੰਦੀ ਹੈ ਮੰਨੈ। ਜੇ ਸੱਚ ਨੂੰ ਮੰਨ ਲਏ, ਉਹ ਮੁਕਤੀ ਦਾ, ਮੋਖ ਦਾ ਤਰੀਕਾ ਪ੍ਰਾਪਤ ਕਰ ਲੈਂਦਾ ਹੈ। ਭਾਵ ਉਹਨੂੰ ਉਹ ਜੁਗਤੀ ਜਿਹੜੀ ਹੈ, ਉਹ ਜਿਹੜਾ ਗਿਆਨ ਹੈ ਹੋ ਜਾਂਦਾ, ਉਹ ਜੁਗਤੀ ਆ ਜਾਂਦੀ ਹੈ। ਜੁਗਤੀ ਕੀ ਹੈ? ਹੁਣ ਜੁਗਤੀ ਕੀ ਹੈ? ਜੀਵਨ ਮੁਕਤ ਸੋਊ ਕਹਾਵੈ,
ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋਊ ਕਹਾਵੈ। ਆ ਇਹ ਤਰੀਕਾ ਹੁਣ ਮੁੱਖ ਦੁਆਰ ਦਾ। ਪ੍ਰਭ ਦੀ ਆਗਿਆ ਨੂੰ ਆਪਣੇ ਆਤਮ ਦੇ ਹਿੱਤ ਵਾਸਤੇ ਮੰਨੇ। ਜਿਹਨੇ ਪ੍ਰਭੂ ਦੀ ਆਗਿਆ ਨੂੰ, ਗੁਰੂ ਦੀ ਆਗਿਆ ਨੂੰ ਆਪਣੇ ਹਿੱਤ ਦਾ ਅਰਥ ਹੁੰਦਾ ਭਲੇ ਵਾਸਤੇ, ਹਿੱਤ ਵਾਸਤੇ, ਭਲੇ ਵਾਸਤੇ ਮੰਨਿਆ ਨਾ, ਜੀਵਨ ਮੁਕਤ ਸੋਊ ਕਹਾਵੈ। ਉਹ ਕਹਿੰਦੇ ਉਹਦੇ ਜਿਉਂਦੇ ਜੀ ਮੁਕਤੀ ਹੋ ਗਿਆ, ਇੰਨੇ ਚ ਹੀ ਮੁਕਤ ਹੋ ਗਿਆ, ਔਰ ਜੀਵਨ ਮੁਕਤ ਹੋਇਆ। ਇਹ ਜੁਗਤੀ ਹੈ ਹੁਣ ਅਸਲ ਚ। ਫਿਰ ਆ ਗਿਆ ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ। ਤੈਸਾ ਸੁਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ। ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਆ ਮੁੱਖ ਦੁਆਰ ਹੈ ਸਾਡਾ। ਸਾਡਾ ਇਹ ਨਹੀਂ ਹੈ ਵੀ ਮਰ ਗਏ ਤੇ ਬਾਅਦ ਵਿੱਚ ਪਾਠ ਕਰਾਤਾ, ਅਰਦਾਸ ਕਰਾਤੀ ਤੇ ਮੁਕਤੀ ਹੋ ਗਈ, ਦਾਨ ਪੁੰਨ ਕਰਤਾ ਮੁਕਤੀ ਹੋ ਗਈ। ਨਹੀਂ, ਇੱਥੇ ਕਹਿੰਦੇ ਨੇ ਜਿਉਂਦੇ ਜੀ ਮੋਖ ਤੱਕ ਪਹੁੰਚਣਾ, ਭਾਵ ਭਰਮ ਤੋਂ, ਅਗਿਆਨ ਤੋਂ, ਬੰਧਨਾਂ ਤੋਂ ਪੂਰਨ ਰੂਪ ਚ ਛੁਟਕਾਰਾ ਹੋ ਜਾਣਾ। ਬੰਦੇ ਦਾ, ਇਨਸਾਨ ਦਾ, ਜੀਵ ਦਾ ਹਰ ਤਰ੍ਹਾਂ ਦਾ ਭਰਮ ਲੈ ਜਾਣਾ, ਭਾਰ ਲੈ ਜਾਣਾ, ਉਹਦੇ ਅੰਦਰ ਦਾ ਅਗਿਆਨ ਤੇ ਅਵਗਣ ਮਿਟ ਜਾਣਾ। ਜਿਹਨੂੰ ਬਾਣੀ ਕਹਿੰਦੀ ਹੈ ਗੁਰਮਤੀ ਮਾਨਿਆ ਮੋਖ ਦੁਆਰ, ਨਾਨਕ ਗੁਰਮਤ ਮਾਨਿਆ ਪਰਵਾਰੈ ਸਾਧਾਰ। ਹੁਣ ਜਿਹੜੀ ਗੱਲ ਇੱਥੇ ਅੱਗੇ ਜਾ ਕੇ ਮੰਨੈ ਪਰਵਾਰੈ ਸਾਧਾਰ, ਜਿਹਦੇ ਕੋਲ ਮੋਖ ਦੁਆਰ ਹੈ, ਜਿਹਦਾ ਭਰਮ ਖਤਮ ਹੋ ਚੁੱਕਿਆ ਹੈ, ਜਿਹਦਾ ਅਗਿਆਨ ਮਿਟ ਚੁੱਕਿਆ ਹੈ, ਉਹੀ ਅਗਲੇ ਪਰਿਵਾਰ ਦਾ ਆਸਰਾ ਬਣਦਾ ਹੈ। ਪਰਵਾਰੈ ਸਾਧਾਰ। ਹੁਣ ਦੇਖੋ ਪਰਿਵਾਰ ਜਿਹੜਾ ਹੁੰਦਾ ਨਾ, ਪਰਿਵਾਰ ਦੋ ਤਰ੍ਹਾਂ ਦਾ ਹੁੰਦਾ ਹੈ। ਇੱਕ ਪਰਿਵਾਰ ਹੁੰਦਾ ਸਾਡਾ ਸਰੀਰਕ ਰਿਸ਼ਤਿਆਂ ਵਾਲਾ, ਖੂਨ ਦੇ ਰਿਸ਼ਤਿਆਂ ਵਾਲਾ, ਜਿਵੇਂ ਮਾਂ ਬਾਪ, ਭੈਣ ਭਰਾ, ਤਾਏ ਚਾਚੇ, ਬੱਚੇ, ਰਿਸ਼ਤੇਦਾਰ, ਇੱਕ ਤੇ ਪਰਿਵਾਰ ਹੋ ਗਿਆ ਕੁਟੁੰਬ। ਇੱਕ ਪਰਿਵਾਰ ਹੁੰਦਾ ਸਾਡਾ ਕਹਿ ਲਈਏ ਧਰਮ ਦਾ ਪਰਿਵਾਰ, ਜਿਵੇਂ ਕਿ ਜਿਹੜੇ ਗੁਰਮਤਿ ਦੇ ਲੜ ਲੱਗੇ ਨੇ, ਸਾਡੇ ਸਾਰੇ ਜਾਣੇ ਸਾਡੇ ਪਰਿਵਾਰ ਦਾ ਹਿੱਸਾ ਨੇ। ਤੁਸੀਂ ਸਾਰੇ ਮੇਰੇ ਪਰਿਵਾਰ ਦਾ ਹਿੱਸੇ ਹੋ, ਮੈਂ ਤੁਹਾਡੇ ਪਰਿਵਾਰ ਦਾ ਹਿੱਸਾ, ਆਪਾਂ ਸਾਰੇ ਮਿਲ ਕੇ ਗੁਰੂ ਸਾਹਿਬ ਦੇ ਪਰਿਵਾਰ ਦਾ ਹਿੱਸਾ ਹੈਗੇ ਆ। ਇਸੇ ਪਰਿਵਾਰ ਦੀ ਗੱਲ ਗੁਰੂ ਸਾਹਿਬ ਨੇ ਚੌਪਈ ਚ ਕੀਤੀ, ਸੁਖੀ ਬਸੈ ਮੋਰੋ ਪਰਿਵਾਰਾ। ਕਿਹੜਾ ਪਰਿਵਾਰ? ਪੰਥ ਦਾ ਪਰਿਵਾਰ, ਕੌਮ ਰੂਪੀ ਪਰਿਵਾਰ, ਸਿੱਖੀ ਗੁਰਮਤ ਦਾ ਜਿੰਨੇ ਲੋਕ ਆਪਾਂ ਗੁਰਸਿੱਖਾਂ, ਆਪਾਂ ਸਾਰੇ ਗੁਰੂ ਸਾਹਿਬ ਦੇ ਪਰਿਵਾਰ ਦੇ ਮੈਂਬਰ ਆ। ਅਸਲ ਚ ਇਸ ਪਰਿਵਾਰ ਨੂੰ ਆਸਰਾ ਦੇਣਾ ਗੁਰੂ ਨੇ। ਸਾਧਾਰ ਦਾ ਅਰਥ ਹੁੰਦਾ ਆਸਰਾ, ਆਸਰੇ ਸਹਿਤ, ਸਹਾਰੇ ਸਹਿਤ। ਮੰਨੈ, ਜਿਸਨੇ ਸੱਚ ਨੂੰ ਮੰਨ ਲਿਆ ਹੈ, ਜਿਹਨੂੰ ਗੁਰੂ ਦੀ ਗੱਲ ਮੰਨਣ ਵਿੱਚ ਆ ਗਈ, ਜਿਸਨੇ ਗੁਰੂ ਦੀ ਗੱਲ ਨੂੰ ਆਪਣੇ ਅੰਦਰ ਅਪਣਾ ਲਿਆ, ਪਰਿਵਾਰੈ ਸਾਧਾਰ, ਉਹ ਆਪਣੇ ਪਰਿਵਾਰ ਦਾ ਵੀ ਆਸਰਾ ਬਣ ਜਾਂਦਾ। ਭਾਵ ਅਗਲੀ ਕੌਮ ਨੂੰ, ਜਨਰੇਸ਼ਨ ਨੂੰ, ਸੰਗਤ ਨੂੰ ਉਹ ਗੁਰਮਤਿ ਦੀ ਸਿੱਖਿਆ ਦਿੰਦਾ ਹੈ। ਉਹਨਾਂ ਨੂੰ ਵੀ ਉਹ ਅਡੋਲ ਕਰਦਾ, ਉਹਨਾਂ ਦਾ ਵੀ ਅਗਿਆਨ ਦੂਰ ਕਰਦਾ, ਉਹਨਾਂ ਦਾ ਵੀ ਭਰਮ ਮਿਟਦਾ ਉਹਦੇ ਨਾਲ। ਹੁਣ ਆਪਾਂ ਸਾਰੇ ਇੱਥੇ ਪਰਿਵਾਰ ਦੇ ਰੂਪ ਚ ਬੈਠੇ ਹਾਂ, ਕੁਝ ਗੱਲਾਂ ਆਪਾਂ ਕਰ ਰਹੇ ਹਾਂ, ਕੁਝ ਤੁਸੀਂ ਕਰੋਗੇ, ਕੋਈ ਦੂਜਾ ਦੱਸੇਗਾ। ਅਸੀਂ ਸਾਰੇ ਰਲ ਮਿਲ ਕੇ ਪਰਿਵਾਰ ਦਾ ਸਾਧਾਰ ਬਣੇ ਹੋਏ ਆ। ਅਸੀਂ ਸਾਧਾਰ ਦਾ ਅਰਥ ਸਪੋਰਟ ਹੀ ਹੁੰਦਾ ਨਾ, ਹੈਲਪ ਕਰਨੀ, ਸਪੋਰਟ ਕਰਨੀ। ਤੇ ਇੱਥੇ ਅਸੀਂ ਸਪੋਰਟ ਕਰ ਰਹੇ ਹਾਂ ਆਤਮਿਕ ਲੈਵਲ ਦੀ, ਇੱਥੇ ਸਰੀਰਕ ਲੈਵਲ ਤੇ ਸਪੋਰਟ ਨਹੀਂ ਹੋ ਰਹੀ। ਇੱਥੇ ਅਸੀਂ ਰੁਪਈਏ, ਧਨ ਦੌਲਤ, ਪੈਸੇ ਦੀ ਸਪੋਰਟ ਨਹੀਂ ਕਰ ਰਹੇ। ਇੱਥੇ ਸੰਸਾਰੀ ਰੁਤਬੇ, ਮਾਣ, ਵਡਿਆਈਆਂ ਨਹੀਂ ਦਿੱਤੀਆਂ ਜਾ ਰਹੀਆਂ। ਇੱਥੇ ਵੱਡੇ ਵੱਡੇ ਅਵਾਰਡ, ਸਨਮਾਨ ਚਿੰਨ੍ਹ ਨਹੀਂ ਹੈਗੇ। ਇੱਥੇ ਕੀ ਹੈ? ਇੱਥੇ ਕੇਵਲ ਤੇ ਕੇਵਲ ਅਧਿਆਤਮਿਕ ਗਿਆਨ ਦਾ ਪ੍ਰਸ਼ਾਦ ਵਰਤਾਇਆ ਜਾ ਰਿਹਾ, ਗੁਰਮਤਿ ਗਿਆਨ ਸਾਂਝਾ ਕੀਤਾ ਜਾ ਰਿਹਾ। ਤੇ ਇਹੀ ਸਭ ਤੋਂ ਵੱਡਾ ਸਾਧਾਰ ਹੈ ਸਾਡਾ ਸਾਰਿਆਂ ਦਾ, ਤੁਹਾਡਾ ਵੀ, ਮੇਰਾ ਵੀ, ਸਾਡਾ ਸਭਨਾਂ ਦਾ। ਅਸਲ ਵਿੱਚ ਸਹਾਰਾ ਤੇ ਨਾਮ ਹੀ ਹੈ ਨਾ। ਤੇ ਹੁਣ ਅਸੀਂ ਪਰਿਵਾਰ ਆ ਤੇ ਗੁਰਮਤਿ ਦੀ ਅਸੀਂ ਸਿੱਖਿਆ ਨੂੰ ਆਪਣਾ ਸਾਧਾਰ ਬਣਾਇਆ। ਬਟ ਜਦੋਂ ਕੋਈ ਇੱਕ ਮੈਂਬਰ ਜਦੋਂ ਗੱਲ ਨੂੰ ਸਮਝਦਾ ਹੈ, ਜਾਂ ਕੋਈ ਕਹਿ ਲਓ ਇੱਕ ਜਣਾ ਉਹ ਆਪ ਸਮਝ ਕੇ ਦੂਜਿਆਂ ਨੂੰ ਸਮਝਾਉਂਦਾ, ਉਹ ਪਰਿਵਾਰ ਦਾ ਸਾਧਾਰ ਬਣ ਜਾਂਦਾ ਹੈ। ਹਾਂ, ਉਹ ਸੰਗਤੀ ਰੂਪ ਪਰਿਵਾਰ ਦਾ ਸਾਧਾਰ ਵੀ ਹੈ, ਉਹ ਆਪਣੇ ਸੰਸਾਰਿਕ ਪਰਿਵਾਰ ਦਾ ਸਾਧਾਰ ਵੀ ਬਣਦਾ ਹੈ। ਪਰ ਉਦੋਂ ਬਣੇਗਾ ਜਦੋਂ ਉਹ ਗੁਰਮਤਿ ਨੂੰ ਪੂਰਨ ਰੂਪ ਵਿੱਚ ਗ੍ਰਹਿਣ ਕਰ ਲਏਗਾ। ਮੰਨੈ, ਜਿਹਨੇ ਗੁਰਮਤਿ ਦੀ ਗੱਲ ਨੂੰ ਮੰਨ ਲਿਆ, ਮੰਨਣ ਵਾਲਾ ਹੀ ਪਰਿਵਾਰ ਦਾ ਆਸਰਾ ਬਣਦਾ ਹੈ। ਮੰਨੈ ਤਰੈ ਤਾਰੇ ਗੁਰ ਸਿੱਖ, ਮੰਨਣ ਵਾਲਾ, ਜਿਹਨੇ ਗੁਰਮਤਿ ਦੀ ਗੱਲ ਨੂੰ ਮੰਨਿਆ, ਤਰੈ, ਸਭ ਤੋਂ ਪਹਿਲਾਂ ਤਾਂ ਆਪ ਤਰ ਜਾਏਗਾ ਭਵ ਸਾਗਰ ਤੋਂ। ਭਾਵ ਕਿ ਡੁੱਬੇਗਾ ਨਹੀਂ,
ਵਿਕਾਰਾਂ 'ਚ ਨਹੀਂ ਡੁੱਬੇਗਾ, ਔਗਣਾਂ 'ਚ ਨਹੀਂ ਡੁੱਬੇਗਾ, ਅਗਿਆਨ ਵਿੱਚ ਨਹੀਂ ਡੁੱਬੇਗਾ। ਤਰੇ ਦਾ ਅਰਥ ਹੁੰਦਾ ਜੋ ਡੁੱਬਣ ਤੋਂ ਬਚਿਆ ਹੋਇਆ ਹੈਗਾ, ਪਾਣੀ ਦੇ ਵਿੱਚ ਹੀ ਹੈ। ਦੇਖੋ ਜਿਹੜਾ ਪਾਣੀ 'ਚ ਹੋਏਗਾ ਉਹਨੂੰ ਤੈਰਦਾ ਕਹਾਂਗੇ, ਜਿਹੜਾ ਪਾਣੀ ਤੋਂ ਬਾਹਰ ਉਹਨੂੰ ਤੇ ਤੈਰਦਾ ਵੀ ਨਹੀਂ ਕਹਿ ਸਕਦੇ ਆਪਾਂ। ਹੈ ਪਾਣੀ ਦੇ ਵਿੱਚ ਹੀ ਹੈ ਪਰ ਡੁੱਬ ਨਹੀਂ ਰਿਹਾ, ਤੈਰ ਰਿਹਾ, ਕਿੱਧਰ ਵੀ ਜਾ ਸਕਦਾ ਹੈ। ਕਿਉਂ? ਉਹਨੂੰ ਪਾਣੀ ਦੇ ਵਿੱਚ ਵਿਚਰਨ ਦੀ ਜੁਗਤੀ ਆ ਗਈ, ਉਹਨੂੰ ਸਵਿਮਿੰਗ ਆ ਗਈ। ਸਵਿਮਿੰਗ ਕੀ ਹੈ? ਸਵਿਮਿੰਗ ਜੁਗਤੀ ਹੈ, ਤੈਰਨਾ ਇੱਕ ਜੁਗਤੀ ਹੈ ਕਿ ਪਾਣੀ ਦੇ ਵਿੱਚ ਜੇ ਨਾ ਡੁੱਬਣਾ ਹੋਵੇ ਤੇ ਆਹ ਤਰੀਕਾ ਅਪਣਾ ਲਓ, ਤੁਸੀਂ ਨਹੀਂ ਡੁੱਬੋਗੇ। ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਜਿਹਨੂੰ ਤੈਰਨ ਦੀ ਜੁਗਤੀ ਆ ਗਈ ਉਹ ਸੰਸਾਰ ਰੂਪੀ ਸਾਗਰ ਵਿੱਚ ਨਹੀਂ ਡੁੱਬੇਗਾ। ਉਹ ਕਾਮ 'ਚ ਨਹੀਂ ਡੁੱਬਦਾ, ਕ੍ਰੋਧ 'ਚ ਨਹੀਂ ਡੁੱਬਦਾ, ਲੋਭ 'ਚ, ਮੋਹ ਦੇ ਵਿੱਚ, ਹੰਕਾਰ 'ਚ ਨਹੀਂ ਡੁੱਬੇਗਾ। ਦੁਨੀਆ ਡੁੱਬ ਰਹੀ ਹੈ ਕਿ ਉਹ ਜੁਗਤੀ ਨਹੀਂ ਹੈ। ਤਿਤ ਸਰਵਰੜੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨੈ ਕੀਆ, ਪੰਕਜ ਮੋਹ ਪੱਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ। ਗੁਰੂ ਸਾਹਿਬ ਕਹਿੰਦੇ ਸੰਸਾਰ ਦੇ ਮੋਹ ਰੂਪੀ ਚਿੱਕੜ 'ਚ ਦੁਨੀਆ ਡੁੱਬ ਰਹੀ ਹੈ। ਹਮ ਦੇਖਾ, ਮੈਂ ਦੇਖ ਰਿਹਾ, ਇਹਦੇ ਵਿੱਚ ਦੁਨੀਆ ਡੁੱਬ ਰਹੀ ਹੈ। ਪੰਕਜ ਮੋਹ, ਮੋਹ ਦੇ ਚਿੱਕੜ 'ਚ ਦੁਨੀਆ ਡੁੱਬ ਰਹੀ ਹੈ। ਕੋਈ ਹੰਕਾਰ 'ਚ ਡੁੱਬ ਰਿਹਾ, ਕੋਈ ਲਾਲਚ 'ਚ ਡੁੱਬ ਰਿਹਾ, ਕੋਈ ਬੇਈਮਾਨੀ 'ਚ ਡੁੱਬ ਰਿਹਾ, ਕੋਈ ਕਰਪਸ਼ਨ 'ਚ ਡੁੱਬ ਰਿਹਾ। ਦੁਨੀਆ ਡੁੱਬ ਰਹੀ ਹੈ ਨਾ ਅਸਲ 'ਚ, ਕਿਉਂਕਿ ਤੈਰਨ ਦੀ ਜਾਚ ਨਹੀਂ ਹੈ। ਬਟ ਜਿਹਨੇ ਗੁਰੂ ਨੂੰ ਮੰਨਿਆ, ਗੁਰੂ ਨੂੰ ਮੁੱਖ ਰੱਖਿਆ, ਉਹਨੂੰ ਤੈਰਨ ਦੀ ਜਾਚ ਆ ਗਈ, ਤਰੈ। ਫਿਰ ਉਹ ਕਹਿੰਦੇ ਇਕੱਲਾ ਆਪ ਹੀ ਨਹੀਂ ਤਰਦਾ, ਤਾਰੇ ਗੁਰ ਸਿੱਖ, ਉਹ ਦੂਜਿਆਂ ਨੂੰ ਵੀ ਤਾਰਦਾ। ਜੋ ਕਿਵੇਂ ਤਾਰਦਾ? ਗੁਰੂ ਦੀ ਸਿੱਖਿਆ ਨਾਲ ਤਾਰਦਾ। ਉਹਦੇ ਕੋਲ ਆਪਣੇ ਗੁਰ ਦੀ ਸਿੱਖ ਹੈ। ਸਿੱਖ ਦਾ ਅਰਥ ਹੈ ਉਹਦੇ ਸਿੱਖਿਆ, ਸਿੱਖਿਆ। ਕਈਆਂ ਨੇ ਇਹਦੇ ਅਰਥ ਇਹ ਵੀ ਕੀਤੇ ਨੇ ਵੀ ਸਿੱਖਾਂ ਨੂੰ ਤਾਰ ਲੈਂਦਾ ਹੈ, ਵੀ ਆਪ ਵੀ ਤਰਦਾ, ਦੂਜਿਆਂ ਨੂੰ ਵੀ ਤਾਰਦਾ। ਪਰ ਦੂਜੇ ਦੀ ਤਰਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਉਹ ਮੇਰੇ ਖਿਆਲ 'ਚ ਉੱਪਰ ਆ ਚੁੱਕੀ ਹੈ, ਪਰਿਵਾਰ ਐਸਾ ਧਾਰ। ਉਹ ਤਾਰਦਾ, ਤਰੈ ਤਾਰੇ ਗੁਰ ਸਿੱਖ, ਗੁਰ ਤੋਂ ਸਿੱਖਿਆ ਲੈ ਕੇ। ਕਿਉਂਕਿ ਤਰਨਾ ਆਪਾਂ ਕਾਹਦੇ ਨਾਲ ਹੈ? ਤਰਨਾ ਕਾਹਦੇ ਨਾਲ? ਕਿਸ਼ਤੀ 'ਚ ਤੈਰਾਂਗੇ ਨਾ। ਜਾਂ ਤੇ ਸਾਨੂੰ ਸਵਿਮਿੰਗ ਆਉਣੀ ਚਾਹੀਦੀ, ਜੇ ਕਿਸ਼ਤੀ ਚਾਹੀਦੀ ਹੈ ਪਾਣੀ 'ਚ, ਤਾਂ ਹੀ ਪਾਰ ਹੋ ਸਕਦੇ ਆ। ਤੇ ਗੁਰੂ ਕੀ ਹੈ? ਗੁਰੂ ਕਿਸ਼ਤੀ ਹੈ ਸਾਡੀ, ਗੁਰੂ ਜੁਗਤੀ ਹੈ। ਸਤਿਗੁਰ ਬੋਹਿਤ ਹਰ ਨਾਮ ਹੈ, ਵਿੱਚ ਬੋਹਿਤ ਬੈਠਾ ਏ। ਗੁਰ ਕੈ ਭਾਣੈ ਜੋ ਚੱਲੈ, ਵਿੱਚ ਬੋਹਿਤ ਬੈਠਾ ਆਏ। ਤਰੀਐ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ, ਤਰੀਐ ਗੁਰ ਵਿਚਾਰ। ਗੁਰੂ ਦੀ ਵਿਚਾਰ, ਹੁਣ ਗੁਰੂ ਦੀ ਵਿਚਾਰ ਕੀ ਹੈ? ਗੁਰੂ ਦੀ ਸਿੱਖਿਆ। ਉਹ ਸਿੱਖਿਆ ਜਿਹੜਾ ਲੈ ਲੈਂਦਾ, ਕਹਿੰਦੇ ਉਹ ਆਪ ਵੀ ਤਰਦਾ, ਦੂਜਿਆਂ ਨੂੰ ਵੀ ਤਾਰ ਲੈਂਦਾ। ਗੁਰੂ ਦੀ ਸਿੱਖਿਆ ਨਾਲ ਹੀ ਆਪਾਂ ਤਰਨਾ। ਗੁਰਬਾਣੀ ਚੋਂ ਮਿਲਣ ਵਾਲੀ ਸਿੱਖਿਆ, ਗਿਆਨ ਹੀ ਸਾਨੂੰ ਪਾਰ ਕਰਦਾ, ਭਾਵ ਸਾਨੂੰ ਡੁੱਬਣ ਨਹੀਂ ਦਿੰਦਾ, ਸਾਨੂੰ ਇਸ ਸੰਸਾਰ ਰੂਪੀ ਸਾਗਰ ਦੇ ਵਿੱਚ ਡੁੱਬਣ ਤੋਂ ਬਚਾ ਲੈਂਦਾ ਹੈ। ਨਹੀਂ ਤਾਂ ਗੁਰੂ ਸਾਹਿਬ ਨੇ ਕਿਹਾ ਨਾ, ਕਹਿੰਦੇ ਹਮ ਡੋਲਤ ਬੇੜੀ ਪਾਪ ਭਰੀ ਹੈ, ਪਵਨ ਲੱਗਿਆ ਮਤ ਜਾਈ। ਗੁਰੂ ਸਾਹਿਬ ਕਹਿੰਦੇ ਜਦੋਂ ਮੈਂ ਅਧਿਆਤਮਿਕ ਲੈਵਲ ਤੋਂ ਆਪਣੇ ਆਪ ਨੂੰ ਵੇਖਿਆ ਨਾ, ਕਹਿੰਦੇ ਮੈਨੂੰ ਲੱਗਿਆ ਵੀ ਮੈਂ ਡੋਲ ਰਿਹਾ। ਤਾਂ ਕਿਉਂ ਡੋਲ ਰਿਹਾ? ਕਹਿੰਦੇ ਬੇੜੀ ਪਾਪਾਂ ਨਾਲ ਭਰੀ ਹੋਈ ਹੈ। ਕਿਹੜੀ ਬੇੜੀ? ਜੀਵ ਦੀ ਬੇੜੀ, ਮਨ ਦੀ, ਆਤਮਾ ਦੀ ਬੇੜੀ। ਪਾਪ ਬਹੁਤ ਨੇ, ਅਗਿਆਨ ਬਹੁਤ ਹੈ, ਭਰਮ ਬਹੁਤ ਹੈ, ਇਹ ਪਾਪ ਬਣ ਗਏ ਹੌਲੀ ਹੌਲੀ। ਹੁਣ ਸਮੁੰਦਰ 'ਚ ਤੂਫਾਨ ਆ ਜਾਏ, ਬੇੜੀ ਦੇ ਉੱਪਰ ਲੋਡ ਬਹੁਤ ਹੋਵੇ, ਉੱਪਰੋਂ ਬੇੜੀ ਹੋ ਜਾਏ ਪੁਰਾਣੀ। ਕਬੀਰ ਜੀ ਨੇ ਤਿੰਨ ਕਾਰਨ ਦੱਸੇ ਨੇ ਬੇੜੀ ਡੁੱਬਣ ਦੇ। ਕਹਿੰਦੇ ਕਬੀਰ ਬੇੜਾ ਜਰਜਰਾ, ਫੂਟੇ ਛੇਕ ਹਜ਼ਾਰ, ਹਰੂਏ ਹਰੂਏ ਤਿਰ ਗਏ, ਡੂਬੇ ਜਿਨ ਸਿਰ ਭਾਰ। ਜਦੋਂ ਤਿੰਨ ਕਾਰਨ ਇੱਕ ਬੇੜੀ ਨਾਲ ਜੁੜ ਜਾਣ, ਉਹ ਬੇੜੀ ਡੁੱਬਦੀ ਹੈ। ਇੱਕ ਤੇ ਹੋ ਜਾਏ ਬੇੜੀ ਪੁਰਾਣੀ, ਜਰਜਰੀ ਹੋ ਜਾਏ। ਜਰਜਰੀ ਆਪਾਂ ਸਮਝਦੇ ਵੀ ਜੰਗਾਲ ਲੱਗ ਜਾਏ ਥਾਂ ਥਾਂ ਤੇ, ਪੁਰਾਣੀ ਹੋ ਜਾਏ। ਫੂਟੇ ਛੇਕ ਹਜ਼ਾਰ, ਉੱਪਰੋਂ ਉਹਦੇ 'ਚ ਹੋਲ ਹੋ ਜਾਣ, ਛੋਟੇ ਛੋਟੇ ਛੇਕ ਹੋ ਜਾਣ। ਤੀਜਾ, ਉਸ ਬੇੜੀ ਦੇ ਵਿੱਚ ਭਾਰ ਬਹੁਤ ਜ਼ਿਆਦਾ ਪਾ ਦਿੱਤਾ ਜਾਏ। ਹੁਣ ਕਹਿੰਦੇ ਇਸ ਬੇੜੀ ਨੂੰ ਡੁੱਬਣ ਤੋਂ ਕੋਈ ਨਹੀਂ ਬਚਾ ਸਕਦਾ। ਮਨੁੱਖੀ ਜਾਮੇ ਵਿੱਚ ਵੀ ਜਦੋਂ ਆਪਾਂ ਸੰਸਾਰ ਸਾਗਰ ਦੇ ਵਿੱਚ ਆਪਾਂ ਵਿਚਰਦੇ ਹਾਂ, ਅਸੀਂ ਦਿਨੋ ਦਿਨ ਇੱਕ ਤਾਂ ਪੁਰਾਣੇ ਹੋ ਰਹੇ ਹਾਂ, ਉੱਪਰੋਂ ਸਾਡੇ 'ਚ ਵਿਕਾਰਾਂ ਦੇ ਛਿੱਦਰ ਹੋ ਰਹੇ ਨੇ, ਅਗਿਆਨ ਦੇ, ਭਰਮ ਦੇ। ਗਲੀਆਂ ਰੋਜ਼ ਹੋ ਰਹੀਆਂ, ਹੰਕਾਰ ਰੋਜ਼ ਵੱਧ ਰਿਹਾ, ਵਿਕਾਰ ਰੋਜ਼ ਵੱਧ ਰਹੇ ਨੇ। ਉੱਪਰੋਂ ਪੈ ਜਾਂਦਾ ਭਾਰ ਆਸਾਵਾਂ ਦਾ, ਮਨਸਾ ਦਾ, ਤ੍ਰਿਸ਼ਨਾ ਦਾ, ਲਾਲਸਾ ਦਾ, ਲੋੜਾਂ ਦਾ, ਮਾਇਆ ਦਾ। ਭਾਰ ਵੀ ਵੱਧ ਗਿਆ। ਤੇ ਹੁਣ ਕੀ ਆ? ਕਹਿੰਦੇ ਹੁਣ ਬਚੇਗਾ ਤੇ ਉਹ ਹਰੂਏ ਹਰੂਏ ਤਿਰ ਗਿਆ। ਜਿਹੜੇ ਹਰੂਏ ਦਾ ਅਰਥ ਹੈ ਹੌਲੇ, ਲਾਈਟ ਵੇਟ, ਫੁੱਲਾਂ ਵਰਗੇ।
ਉਹ ਤਾਂ ਤਰ ਜਾਣਗੇ। ਡੁੱਬੇ ਜਿਨ ਸਿਰ ਭਾਰ, ਜਿਨ੍ਹਾਂ ਨੇ ਬਹੁਤ ਜ਼ਿਆਦਾ ਹੰਕਾਰ ਦਾ, ਲੋਭ ਦਾ, ਵਿਕਾਰਾਂ ਦਾ, ਆਸਾਵਾਂ ਦਾ ਭਾਰ ਚੱਕਿਆ, ਬੇੜੀ ਪੁਰਾਣੀ ਹੈ, ਉੱਪਰੋਂ ਛੇਦ ਹੋ ਗਏ, ਉਹ ਡੁੱਬਣਗੇ ਡੁੱਬਣਗੇ। ਇਸ ਲਈ ਅਸੀਂ ਆਪਣੀ ਜ਼ਿੰਦਗੀ ਰੂਪ ਬੇੜੀ ਨੂੰ ਡੁੱਬਣ ਤੋਂ ਵੀ ਬਚਾਉਣਾ ਹੈ। ਕਿਵੇਂ? ਕਹਿੰਦੇ ਤਰ ਜਾਓਗੇ। ਤਰਨ ਦਾ ਅਰਥ ਹੈ ਬਚ ਜਾਓਗੇ। ਜੇ ਗੁਰ ਤੋਂ ਸਿੱਖਿਆ ਲੈ ਲਓਗੇ, ਆਪ ਵੀ ਬਚੋਗੇ, ਦੂਜੇ ਨੂੰ ਵੀ ਬਚਾ ਲਓਗੇ। ਆਪ ਤਰਿਆ ਜਿਨੀ ਡਿੱਠਾ ਲਏ ਛਡਾਏ, ਉਹ ਆਪ ਤਰਦਾ ਹੈ, ਦੂਜੇ ਨੂੰ ਤਾਰਦਾ ਹੈ। ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਕੀਤੀ ਛੁੱਟੀ ਨਾਲ ਦਾ ਅਰਥ ਹੈ ਹੋਰਾਂ ਦੀ ਵੀ ਛੁੱਟੀ ਦਾ ਅਰਥ ਹੈ ਮੁਕਤੀ, ਉਹਨਾਂ ਨੂੰ ਵੀ ਡੁੱਬਣ ਤੋਂ ਬਚਾ ਲੈਂਦੇ। ਗੁਰੂ ਨਾਨਕ ਸਾਹਿਬ ਦੇਖੋ ਆਪ ਤਰੇ ਹੋਏ ਨੇ, ਉਹਨਾਂ ਨੂੰ ਗਿਆਨ ਸੀਗਾ, ਸੱਚ ਸੀ, ਆਨੰਦ ਸੀ ਅੰਦਰ, ਪਰ ਉਹ ਤਰ ਕੇ ਬੈਠੇ ਨਹੀਂ, ਉਹ ਦੁਨੀਆ ਨੂੰ ਤਾਰਨ ਵਾਸਤੇ ਵਿਚਰੇ, ਸੰਸਾਰ ਚ ਨਿਕਲ ਗਏ। ਜਿਹੜੇ ਉਹਨਾਂ ਨੇ ਭ੍ਰਮਣ ਕੀਤਾ ਨਾ, ਪ੍ਰਚਾਰਕ ਦੌਰੇ, ਉਦਾਸੀਆਂ ਕੀਤੀਆਂ, ਉਹ ਉਹਨਾਂ ਦਾ ਪਰਸਨਲ ਮੈਟਰ ਨਹੀਂ ਸੀ, ਉਹਨਾਂ ਦੀ ਆਪਣੀ ਲੋੜ ਨਹੀਂ ਸੀ, ਉਹ ਸਾਡੀ ਲੋੜ ਸੀ। ਉਹ ਸਾਡੇ ਵਾਸਤੇ ਘਰ ਛੱਡ ਕੇ ਬਾਹਰ ਗਏ ਨੇ। ਉਹ ਸਾਨੂੰ ਤਾਰਨ ਵਾਸਤੇ, ਸਾਨੂੰ ਬਚਾਉਣ ਵਾਸਤੇ, ਸਾਨੂੰ ਸਹੀ ਰਾਹ ਪਾਉਣ ਵਾਸਤੇ ਤੁਰੇ ਨੇ। ਭੁੱਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਪਰ ਮਿਲੇ ਵਡਭਾਗਿਆਂ ਨੂੰ ਨੇ, ਜਾਂ ਇੰਝ ਕਹ ਲਓ ਕਿ ਮਿਲੇ ਉਹਨਾਂ ਨੂੰ ਨੇ, ਮਿਲਾਪ ਉਹਨਾਂ ਨਾਲ ਹੋਇਆ, ਉਹਨਾਂ ਦਾ ਮਿਲਾਪ ਗੁਰੂ ਨਾਲ ਹੋਇਆ ਜਿਹੜੇ ਵਡਭਾਗੇ ਸਨ। ਅਭਾਗੇ ਫੇਰ ਰਹਿ ਗਏ। ਅਭਾਗੇ ਗੁਰੂ ਸਾਹਿਬ ਦੇ ਕੋਲ ਬੈਠ ਕੇ ਵੀ ਉਹਨਾਂ ਦੀ ਬਖਸ਼ਿਸ਼ ਤੋਂ ਸਖਣੇ ਰਹਿ ਗਏ। ਭਾਗਾਂ ਵਾਲੇ ਦੂਰੋਂ ਆ ਕੇ ਵੀ ਬਖਸ਼ਿਸ਼ ਲੈ ਗਏ। ਅੱਗੇ ਉਹਨਾਂ ਨੇ ਫਿਰ ਲਹਿਣਾ ਜੀ ਨੂੰ ਤਾਰਿਆ, ਲਹਿਣਾ ਜੀ ਨੇ ਅਮਰਦਾਸ ਜੀ ਨੂੰ ਤਾਰਿਆ, ਅਮਰਦਾਸ ਜੀ ਨੇ ਰਾਮਦਾਸ ਜੀ ਨੂੰ ਤਾਰਿਆ। ਇਸ ਤਰ੍ਹਾਂ ਨਾਲ ਨਾਲ ਜਿੰਨੀ ਸੰਗਤ ਆ ਉਹਨਾਂ ਨੂੰ ਤਾਰਦੇ ਰਹੇ। ਉਹ ਆਪ ਨਹੀਂ ਤਰਦਾ ਹੁੰਦਾ, ਉਹ ਦੂਜੇ ਨੂੰ ਵੀ ਤਾਰਦਾ ਹੈ। ਇਸ ਲਈ ਗੁਰੂ ਸਾਹਿਬ ਕਹਿ ਰਹੇ ਨੇ, ਤਰੈ ਤਾਰੇ ਗੁਰਸਿੱਖ ਮੰਨੈ, ਨਾਨਕ ਭਵੈ ਨਾ ਭਿਖ। ਤੇ ਕਦੇ ਵੀ ਉਹ, ਹੇ ਨਾਨਕ, ਆ ਕੇ ਕਦੀ ਭਿੱਖ, ਭਿੱਖ ਦਾ ਅਰਥ ਹੁੰਦਾ ਭਿੱਖਿਆ। ਭਿੱਖਿਆ ਕੀ ਹੈ? ਭਿੱਖਿਆ ਮਾਇਆ। ਦੇਖੋ ਅਸੀਂ ਆਮ ਤੌਰ ਤੇ ਆਪਾਂ ਭਿਖਾਰੀ ਨਹੀਂ ਹੈਗੇ, ਵੈਸੇ ਆਪਾਂ ਥਾਂ ਥਾਂ ਤੇ ਭਟਕਦੇ ਤਾਂ ਨਹੀਂ, ਅਸੀਂ ਲੋਕਾਂ ਦੇ ਘਰ ਮੰਗਦੇ ਤਾਂ ਨਹੀਂ, ਪਰ ਅਸੀਂ ਮਾਇਆ ਵਾਸਤੇ ਰੋਜ਼ ਭਟਕ ਰਹੇ ਹਾਂ। ਅਸੀਂ ਹੱਥ ਦੁਨੀਆ ਸਾਹਮਣੇ ਨਹੀਂ ਅੱਡਿਆ, ਸਾਡੀ ਡਿਮਾਂਡ ਦੁਨੀਆ ਅੱਗੇ ਨਹੀਂ ਆਈ, ਪਰ ਕਰਤੇ ਅੱਗੇ ਰੋਜ਼ ਆ ਰਹੀ ਹੈ। ਪਰ ਕਾਹਦੀ ਆ ਰਹੀ ਹੈ? ਕਹਿੰਦੇ ਮਾਇਆ ਦੀ ਆ ਰਹੀ ਹੈ। ਮਾਇਆ ਦੀ ਭਿੱਖਿਆ ਲੈਣ ਵਾਸਤੇ ਕਹਿੰਦੇ ਰੋਜ਼ ਭਟਕ ਰਿਹਾ ਭਵੈ ਨਾ ਭਿ। ਕਿਉਂ? ਕਿਉਂਕਿ ਸਮਝ ਨਹੀਂ ਹੈ ਸੰਸਾਰ ਨੂੰ, ਜੰਜਾਲਾਂ ਨੂੰ, ਮਾਇਆ ਨੂੰ, ਸੱਚ ਮੰਨੀ ਬੈਠਾ ਹੈ। ਜਿਸ ਦਿਨ ਇਹਦੇ ਅੰਦਰ ਦਾ ਭਰਮ ਦੂਰ ਹੋਇਆ ਨੇ, ਗੁਰੂ ਦੀ ਗੱਲ ਨੂੰ ਸੱਤ ਕਰਕੇ ਮੰਨ ਲਿਆ, ਅੰਦਰ ਚਾਨਣ ਹੋ ਗਿਆ, ਇਹਦੀ ਮਾਇਆ ਵਾਲੀ ਭਿੱਖਿਆ ਜਾਂ ਮਾਇਆ ਵਾਲੀ ਮੰਗ, ਡਿਮਾਂਡ ਖਤਮ ਹੋ ਜਾਏਗੀ। ਕਦੀ ਇਹਦੇ ਵਾਸਤੇ ਨਹੀਂ ਭਟਕੇਗਾ। ਠੀਕ ਹੈ ਜੀ। ਕਿਉਂਕਿ ਭਟਕਾ ਕੌਣ ਰਿਹਾ? ਮਾਇਆ ਭਟਕਾ ਰਹੀ ਹੈ। ਕਬੀਰ ਮਾਇਆ ਡੋਲਨੀ ਪਵਨ ਚ ਕੋਲਨ ਹਾਰ, ਮਾਇਆ ਚੋਰਟੀ ਮੁਸਮੁਸਲਾਵੇ ਹਾਟ, ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਇਸकी ਸੇਵਾ ਜੋ करे तिसी को फिर खाए। ਸਾਨੂੰ ਮਾਇਆ ਡਲਾ ਰਹੀ ਹੈ। ਮਾਇਆ ਦਾ ਅਰਥ ਹੈ ਸਮਸਤ ਸੰਸਾਰ। ਸੰਸਾਰ ਦਾ ਕੋਈ ਵੀ ਰੂਪ ਲਾ ਲਓ, ਕੋਈ ਵੀ ਪੱਖ, ਜਿਹਦੇ ਨਾਲ ਮਨ ਸਾਡਾ ਉਸ ਦੇ ਮਗਰ ਦੌੜ ਪਏ, ਮਨ ਦਾ ਸਹਿਜ ਸੰਤੋਖ ਖਤਮ ਹੋ ਜਾਏ, ਸਬਰ ਖਤਮ ਹੋ ਜਾਏ, ਪੈਸ਼ਨਸ ਖਤਮ ਹੋ ਜਾਣ, ਮਨ ਦੀ ਚੰਗੀ ਸੋਚ ਖਤਮ ਹੋ ਜਾਏ, ਉਹ ਹਰ ਚੀਜ਼ ਮਾਇਆ ਬਣ ਜਾਂਦੀ ਹੈ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ, ਭਾਉ ਦੂਜਾ ਲਾਇਆ। ਉਹਦੇ ਵਾਸਤੇ ਮਾਇਆ ਦੀ ਮੰਗ ਭਿੱਖਿਆ। ਕਹਿੰਦੇ ਤੂੰ ਮਾਇਆ ਦੀ ਭਿੱਖਿਆ ਮੰਗਦਾ ਤੇ ਇਹਦੇ ਵਾਸਤੇ ਭਟਕ ਰਿਹਾ ਸਾਰੀ ਉਮਰ। ਪਰ ਜਦੋਂ ਗੁਰਮਤ ਦੀ, ਗੁਰੂ ਦੀ ਗੱਲ ਦੀ ਸਮਝ ਪੈਂਦੀ ਹੈ, ਗੁਰਬਾਣੀ ਦਾ ਚਾਨਣ ਹੁੰਦਾ ਹੈ, ਸ਼ਬਦ ਦਾ ਚਾਨਣ ਹੁੰਦਾ ਹੈ, ਭਵੈ ਨਾ ਭਿੱਖ, ਉਦੋਂ ਇਹ ਮਾਇਆ ਲਈ ਨਹੀਂ ਭਟਕਦਾ। ਉਹ ਕਿਸੇ ਨੇ ਬੜੀ ਸੋਹਣੀ ਗੱਲ ਕਹੀ ਸੀ ਵੀ ਦੇਖੋ ਦੋ ਤਰ੍ਹਾਂ ਦੇ ਭਿਖਾਰੀ ਹੁੰਦੇ ਨੇ ਧਾਰਮਿਕ ਸਥਾਨ ਤੇ, ਇੱਕ ਹੁੰਦਾ ਛੋਟਾ ਭਿਖਾਰੀ, ਇੱਕ ਹੁੰਦਾ ਵੱਡਾ ਭਿਖਾਰੀ। ਹੁਣ ਦੁਨੀਆ ਇੱਕੋ ਨੂੰ ਭਿਖਾਰੀ ਮੰਨਦੀ ਹੈ। ਕਿਹੜਾ? ਜਿਹੜਾ ਛੋਟਾ। ਛੋਟਾ ਕੌਣ ਹੈ? ਜੋ ਮੰਦਿਰ ਦੇ, ਗੁਰਦੁਆਰੇ ਦੇ ਬਾਹਰ ਬੈਠ ਕੇ ਭੀਖ ਮੰਗ ਰਿਹਾ, ਧਾਰਮਿਕ ਸਥਾਨ ਤੇ ਬਾਹਰ ਬੈਠਾ। ਉਹਨੂੰ ਤੁਸੀਂ ਰੁਪਈਆ, 2 ਰੁਪਈਏ, 5 ਰੁਪਈਏ, 10 ਰੁਪਈਏ ਦਿੰਦੇ ਹੋ, ਤੇ ਅਸੀਂ ਕਹਿੰਦੇ ਭਿਖਾਰੀ ਹੈ, ਮੰਗਤਾ ਹੈ, ਲੋੜਵੰਦ ਹੈ, ਜਾਚਕ ਹੈ, ਚਲੋ ਇਹਨੂੰ ਕੁਛ ਦੇ ਦਿਓ, ਉਹਨੂੰ ਤੇ ਅਸੀਂ ਭਿਖਾਰੀ ਕਹਿ ਦਿੰਦੇ ਹਾਂ। ਪਰ ਜਿਹੜਾ ਬੰਦਾ ਅੰਦਰ ਜਾ ਕੇ ਰੱਬ ਤੋਂ ਮੰਗ ਰਿਹਾ, ਮੈਨੂੰ ਧਨ ਦੇ, ਨਾਮ ਦੇ, ਵਡਿਆਈ ਦੇ, ਚੌਧਰ ਦੇ, ਸ਼ੌਹਰਤ ਦੇ, ਦੁਨੀਆ ਦੇ, ਪਦਾਰਥ ਦੇ, ਉਹਨੂੰ ਕਿਉਂ ਨਹੀਂ ਭਿਖਾਰੀ ਮੰਨਦੇ? ਉਹ ਕਹਿੰਦੇ ਮੰਦਿਰ ਦੇ ਬਾਹਰ ਮੰਗਣ ਵਾਲਾ ਵੱਡਾ ਭਿਖਾਰੀ ਹੈ, ਮੰਦਿਰ ਦੇ ਜਾ ਕੇ ਅੰਦਰ ਮੰਗਣ ਵਾਲਾ ਉਹ ਵੀ ਭਿਖਾਰੀ ਹੈ, ਪਰ ਉਹ ਛੋਟਾ ਭਿਖਾਰੀ ਹੈ। ਬਸ ਫਰਕ ਇੰਨਾ ਹੀ ਨਾ, ਸੌਰੀ, ਮੰਦਿਰ ਦੇ ਅੰਦਰ ਵੱਡਾ ਭਿਖਾਰੀ ਹੈ, ਮੰਦਿਰ ਦੇ ਬਾਹਰ ਬੈਠਾ ਛੋਟਾ ਭਿਖਾਰੀ ਹੈ। ਦੇਖੋ ਜਿਹਨੇ 2 ਰੁਪਈਏ ਲੈਣੇ ਨੇ, 10 ਰੁਪਈਏ ਲੈ ਕੇ ਸਰ ਗਿਆ ਛੋਟਾ, ਜਿਹਦਾ ਲੱਖ ਕਰੋੜ ਨਾਲ ਵੀ ਨਹੀਂ ਸਰਿਆ ਵੱਡਾ। ਭਿਖਾਰੀ ਦੋਨੇ ਹੀ ਨੇ, ਪਰ ਵੱਡੇ ਨੂੰ ਭੁਲੇਖਾ ਵੀ ਮੈਂ ਦਾਤਾ, ਮੈਂ ਭਿਖਾਰੀ ਨਹੀਂ, ਛੋਟਾ ਭਿਖਾਰੀ ਹੈ।
ਪਰ ਗੁਰੂ ਸਾਹਿਬ ਨੇ ਕੀ ਕਿਹਾ? ਗੁਰੂ ਤੇਗ ਬਹਾਦਰ ਸਾਹਿਬ ਨੇ ਕਮਾਲ ਕਰਤੀ, ਕਹਿੰਦੇ ਮੈਂ ਇੱਕ ਤਜਰਬਾ ਸਾਰੇ ਸੰਸਾਰ ਤੇ ਕੀਤਾ, ਇੱਕ ਸਰਵੇ ਕੀਤਾ ਸਾਰੀ ਦੁਨੀਆ ਤੇ। ਪੁੱਛਿਆ ਮਹਾਰਾਜ ਕੀ? ਕਹਿੰਦੇ ਸਰਵੇ ਇਹ ਕੀਤਾ ਸੀ ਵੀ ਦੁਨੀਆ 'ਚ ਦਾਤੇ ਕਿੰਨੇ ਨੇ, ਮੰਗਤੇ ਕਿੰਨੇ ਨੇ, ਭਿਖਾਰੀ ਕਿੰਨੇ ਨੇ, ਮੰਗਣ ਵਾਲੇ ਕਿੰਨੇ ਨੇ। ਕਹਿੰਦੇ ਨਤੀਜਾ ਇਹ ਨਿਕਲਿਆ, ਸਰਵੇ ਇਹ ਕੀਤਾ, ਰੇਸ਼ੋ ਇਹ ਆਈ ਹੈ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਸਾਰਾ ਜਗਤ ਭਿਖਾਰੀਆਂ ਦਾ ਤੁਰਿਆ ਫਿਰਦਾ, ਸਾਰੇ ਭਿਖਾਰੀ ਨੇ ਇੱਥੇ। ਫਰਕ ਬਸ ਡਿਮਾਂਡ ਦਾ, ਲੋੜਾਂ ਦਾ, ਛੋਟੇ ਵੱਡੇ ਦਾ ਹੀ ਹੈ, ਭਿਖਾਰੀ ਸਾਰੇ ਹੀ ਨੇ। ਪਰ ਅਸੀਂ ਭਿਖਾਰੀਆਂ ਮਾਇਆ ਦੇ, ਸੱਚ ਦੇ, ਅਸੀਂ ਨਾਮ ਦੇ ਭਿਖਾਰੀ ਨਹੀਂ ਬਣਦੇ। ਅਸੀਂ ਝੂਠ ਦੇ ਭਿਖਾਰੀ ਹਾਂ, ਸੱਚ ਦੇ ਭਿਖਾਰੀ ਨਹੀਂ ਬਣੇ। ਸਾਨੂੰ ਬਣਨਾ ਚਾਹੀਦਾ ਸੀ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ। ਮੈਂ ਕਿਆ ਮੰਗੋ ਭਵੈ ਨਾ ਭਿਖ। ਹੁਣ ਨਹੀਂ ਕਹਿੰਦੇ ਆ ਮੰਗਣਾ, ਮੈਂ ਇਹਦੇ ਵਾਸਤੇ ਨਹੀਂ ਭਟਕਣਾ ਹੁਣ। ਮੈਂ ਕਿਆ ਮੰਗੂ, ਕਿਉਂ? ਸਮਝ ਪੈ ਗਈ ਕਿਛ ਥਿਰ ਨਾ ਰਹਾਈ, ਹਰ ਦੀਜਾ ਨਾਮ ਪਿਆਰੀ ਜੀਓ। ਕਹਿੰਦੇ ਕੁਛ ਸਥਿਰ ਹੈ ਨਹੀਂ, ਸੰਸਾਰ ਚਲਾਏ ਮਨ ਹੈ, ਮਾਇਆ ਚਲਾਏ ਮਨ ਹੈ, ਇਹ ਮੰਗ ਕੇ ਕੀ ਲੈਣਾ? ਫਿਰ ਮੈਨੂੰ ਨਾਮ ਦੇ ਜੋ ਸਦਾ ਹੀ ਟਿਕਾ ਬਖਸ਼ਦੇ ਤੇ ਟਿਕਿਆ ਹੋਇਆ ਹੁੰਦਾ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ, ਸਦਾ ਰਹੋ ਰੰਗ ਰਤਾ। ਆ ਕਿਤੇ ਸਾਨੂੰ ਜਾਚ ਆ ਜਾਏ ਨਾ ਭਿਖਾਰੀ ਬਣਨ ਦੀ, ਕਮਾਲ ਦੇ ਹੋ ਜਾਏ। ਹੁਣ ਦੇਖੋ ਭਿਖਾਰੀ ਆਪਾਂ, ਤੇ ਸਾਨੂੰ ਇੱਕ ਗੱਲ ਹੋਰ ਧਿਆਨ ਵਿੱਚ ਰੱਖਿਓ, ਸਾਨੂੰ ਮਿਲਿਆ ਵੀ ਬਹੁਤ ਕੁਝ ਹੈ, ਸਾਨੂੰ ਖਜ਼ਾਨਾ ਮਿਲਿਆ ਬੜਾ ਵੱਡਾ, ਪਰ ਨਾ ਅਸੀਂ ਖਜ਼ਾਨੇ ਦੀ ਵੈਲਿਊ ਨਹੀਂ ਪਾਈ, ਕਿਉਂਕਿ ਸਾਡੀ ਸੋਚ ਠਿਕਰੀਆਂ ਤੇ ਸੀਗੀ, ਅਸੀਂ ਹੀਰੇ ਵਿਸਾਰ ਤੇ। ਇੱਕ ਮੇਰੇ ਗਾਥਾ ਚੇਤੇ ਆਈ ਨਿੱਕੀ ਜੀ, ਕਹਿੰਦੇ ਇੱਕ ਭਿਖਾਰੀ ਸਾਰੀ ਉਮਰ ਇੱਕੋ ਜਗ੍ਹਾ ਬਹਿ ਕੇ ਭੀਖ ਮੰਗਦਾ ਰਿਹਾ, ਇੱਕੋ ਜਗ੍ਹਾ ਬੈਠਾ, ਸਾਰੀ ਉਮਰ ਉਹਨੂੰ ਉੱਥੇ ਬੈਠੇ ਨਹੀਂ ਕੱਢਦੀ। ਬੜੀ ਲੰਮੀ ਉਮਰ 40-50 ਸਾਲ ਲੰਘਾ ਦਿੱਤੇ, ਬੁੱਢਾ ਹੋ ਗਿਆ, ਭੀਖ ਮੰਗ ਮੰਗ ਕੇ ਗੁਜ਼ਾਰਾ ਕਰਦਾ ਰਿਹਾ, ਤੇ ਇੱਕ ਦਿਨ ਉਹਦੀ ਮੌਤ ਹੋ ਗਈ। ਹੁਣ ਬੜੇ ਲੋਕ ਸੀ ਜਿਹੜੇ ਉਹਨੂੰ ਜਾਣਦੇ ਸਨ, ਵਾਹ ਪਿਆ ਸੀ ਜਿਹੜੇ ਕੋਈ 20 ਤੋਂ 25 ਤੋਂ 30 ਸਾਲ ਤੋਂ ਉਹਨੂੰ ਜਾਣਦੇ ਸਨ ਵੀ ਚਲੋ ਭਿਖਾਰੀ ਹੈ, ਤੇ ਲੋਕਾਂ ਨੂੰ ਪਤਾ ਲੱਗਾ ਵੀ ਮਰ ਗਿਆ, ਅਫਸੋਸ ਜਤਾਇਆ ਸਾਰਿਆਂ ਨੇ, ਤੇ ਉਹਨਾਂ ਨੇ ਸਲਾਹ ਕੀਤੀ ਵੀ ਕੀ ਕਰੀਏ। ਸਲਾਹ ਇਹ ਹੋਈ, ਕਹਿੰਦੇ ਵੀ ਇਸ ਤਰ੍ਹਾਂ ਕਰੋ, ਇਹਨੇ ਸਾਰੀ ਉਮਰ ਇਸੇ ਜਗ੍ਹਾ ਤੇ ਬਹਿ ਕੇ ਭੀਖ ਮੰਗੀ ਹੈ, ਇਸੇ ਜਗ੍ਹਾ ਇਹ ਰੋਜ਼ੀ ਰੋਟੀ ਆਪਣੀ ਚਲਾਉਂਦਾ ਰਿਹਾ, ਇਸੇ ਜਗ੍ਹਾ ਬਹਿ ਕੇ ਖੁਦਾ ਦਾ ਨਾਮ ਜਿੰਨਾ ਵੀ ਸੀ, ਜਿੰਮੇ ਵੀ ਸੀ ਲੈਂਦਾ ਸੀ, ਲੋਕਾਂ ਨੂੰ ਦੁਆਵਾਂ ਦਿੰਦਾ ਸੀ, ਇਹਦਾ ਇਸ ਜਗ੍ਹਾ ਨਾਲ ਬੜਾ ਪੁਰਾਣਾ ਸੰਬੰਧ ਰਿਹਾ ਹੈ, ਇਹਨੂੰ ਇਸ ਤਰ੍ਹਾਂ ਕਰੂ, ਇੱਥੇ ਹੀ ਦਫਨਾ ਦਿਓ, ਇੱਥੇ ਇਹਦੀ ਕਬਰ ਪੁੱਟ ਕੇ ਇੱਥੇ ਹੀ ਦਫਨ ਕਰ ਦਿਓ। ਸਾਰੇ ਕਹਿੰਦੇ ਠੀਕ ਹੈ, ਵੀ ਚਲੋ ਇੱਥੇ ਹੀ ਇਹਦੀ ਯਾਦਗਾਰ ਬਣਾ ਦਿਓ ਜਿੱਥੇ ਬੈਠਾ ਸੀ। ਜਦੋਂ ਕਬਰ ਪੱਟੀ, ਪੱਟ ਪਟਈਆ ਕੀਤਾ, ਮਿੱਟੀ ਨੂੰ ਪੱਟਿਆ, ਖੋਦਿਆ, ਤੇ ਵਿੱਚੋਂ ਇੱਕ ਘੜਾ ਨਿਕਲ ਆਇਆ। ਥੋੜੀ ਕਬਰ ਪੁੱਟੀ, ਘੜਾ ਨਿਕਲਿਆ, ਤੇ ਉਹ ਨਿਕਲਿਆ ਸੋਨੇ ਦੀਆਂ ਮੋਹਰਾਂ ਦਾ। ਹੁਣ ਸੋਨੇ ਦੀਆਂ ਮੋਹਰਾਂ ਨਿਕਲੀਆਂ ਤੇ ਸਾਰੇ ਬੜੇ ਹੈਰਾਨ ਹੋ ਗਏ। ਹੁਣ ਹੈਰਾਨ ਤਾਂ ਹੋਏ, ਪਰ ਸਮਝ ਨਾ ਆਵੇ ਵੀ ਕੀ ਖੇਡ ਹੈ। ਕਹਿੰਦੇ ਇੱਕ ਦਰਵੇਸ਼ ਰੂਪ, ਕੋਈ ਰੱਬ ਦਾ ਪਿਆਰਾ, ਕੋਈ ਭਗਤ, ਕੋਈ ਫਕੀਰ, ਚੜ੍ਹਦੀ ਕਲਾ ਵਾਲੀ ਆਤਮਾ ਉੱਥੋਂ ਗੁਜ਼ਰੀ। ਉਹਨੂੰ ਪੁੱਛਿਆ, ਕਹਿੰਦੇ ਵੀ ਬਾਬਾ ਸਾਡੀ ਇੱਕ ਸਮੱਸਿਆ ਦਾ ਹੱਲ ਕਰੋ। ਵੀ ਆਹ ਭਿਖਾਰੀ ਸੀ, ਬੜੀ ਲੰਮੀ ਉਮਰ ਇਹਨੇ ਇੱਥੇ ਬੈਠ ਕੇ ਭੀਖ ਮੰਗੀ ਹੈ, ਪਰ ਅਸੀਂ ਅੱਜ ਇਹਦੀ ਜਦੋਂ ਮੌਤ ਹੋਈ, ਇਹਨੂੰ ਦਫਨ ਕਰਨਾ ਸੀ, ਅਸੀਂ ਇੱਥੇ ਜਗ੍ਹਾ ਪੁੱਟੀ ਤੇ ਇੱਥੋਂ ਘੜਾ ਨਿਕਲਿਆ ਸੋਨੇ ਦੀਆਂ ਮੋਹਰਾਂ ਦਾ, ਵੀ ਕੀ ਇਹਦੀਆਂ ਆਪਣੀਆਂ ਦੱਬੀਆਂ ਹੋਈਆਂ ਸੀ ਜਾਂ ਕੀ ਚੱਕਰ ਹੈ? ਉਹਨੇ ਸਾਰੀ ਗੱਲ ਸੁਣੀ, ਕਹਿਣ ਲੱਗੇ ਭਲਿਓ, ਇਹ ਭਿਖਾਰੀ ਬਹੁਤ ਅਭਾਗਾ ਹੈ, ਬਹੁਤ ਅਭਾਗਾ ਹੈ, ਬੜੇ ਮਾੜੇ ਭਾਗ ਨੇ ਇਹਦੇ। ਉਹ ਕਹਿੰਦੇ ਕਿਉਂ? ਕਹਿੰਦੇ ਭਿਖਾਰੀ ਹੁੰਦਾ ਕੱਲੀ ਕੋਈ ਗੱਲ ਨਹੀਂ ਸੀ, ਪਰ ਉਹ ਭਿਖਾਰੀ ਹੈ ਜਿਹੜਾ ਖਜ਼ਾਨੇ ਦੇ ਉੱਪਰ ਬੈਠ ਕੇ ਭੀਖ ਮੰਗਦਾ ਰਿਹਾ, ਜਿਹਨੂੰ ਇੰਨਾ ਨਹੀਂ ਸੀ ਪਤਾ ਵੀ ਜਿੱਥੇ ਮੈਂ ਬੈਠਾ ਮੇਰੇ ਥੱਲੇ ਖਜ਼ਾਨਾ ਹੈ, ਮੈਂ ਲੱਖਾਂ ਕਰੋੜਾਂ ਦਾ ਮਾਲਕ ਬਣ ਸਕਦਾ। ਇਹਨੇ ਆਪਣਾ ਥੱਲਾ ਨਹੀਂ ਦੇਖਿਆ, ਆਪਣਾ ਅੰਦਰ ਨਹੀਂ ਫੋਲਿਆ, ਇਹ ਬਾਹਰ ਠੀਕਰੀਆਂ ਭੀਖ ਮੰਗਦਾ ਰਿਹਾ। ਐਸੇ ਅਭਾਗੇ ਲੋਕ ਨੇ ਜਿਹੜੇ ਖਜ਼ਾਨੇ ਤੇ ਬੈਠ ਕੇ ਭੀਖ ਮੰਗਣ, ਕਹਿੰਦੇ ਉਹ ਤੋਂ ਭਾਗਾ ਕੌਣ ਹੋ ਸਕਦਾ ਹੈ। ਹੁਣ ਜਿਹੜੇ ਲੋਕ ਅੱਜ ਸਾਧ ਸੰਗਤ ਸੋਚੋ, ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਜਿਹਦੀ ਕੀਮਤ ਹੀਰਿਆਂ ਲਾਲਾਂ ਮੋਤੀਆਂ ਤੋਂ ਵੀ ਉੱਪਰ ਹੈ, ਹੀਰੇ ਸਮਾਨ ਹੀ ਮੰਨ ਲਓ, ਅਨਮੋਲ ਹੈ, ਉਹ ਅਨਮੋਲ ਗੁਰਬਾਣੀ ਦੀ ਮੱਤ ਨੂੰ, ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ, ਰਤਨ ਰਤਨ ਪਦਾਰਥ ਵੋ ਸਾਗਰ ਭਰਿਆ ਰਾਮ, ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਗੁਰ ਕੀ ਸਿੱਖ ਸੁਣੀ। ਐਸੀ ਅੰਮ੍ਰਿਤਮਈ, ਐਸੀ ਅਨਮੋਲ, ਐਸੀ ਕੀਮਤੀ ਗੁਰਬਾਣੀ ਨੂੰ, ਕੀਮਤੀ ਖਜ਼ਾਨੇ ਨੂੰ ਛੱਡ ਕੇ ਅੱਜ ਜਿਹੜੇ ਲੋਕ ਥਾਂ ਥਾਂ ਤੇ ਠੋਕਰਾਂ ਖਾ ਰਹੇ ਨੇ, ਕਬਰਾਂ ਤੇ, ਮੜੀਆਂ ਤੇ, ਮਸਾਣਾਂ ਤੇ, ਗੁੱਗਿਆਂ ਤੇ, ਪੀਰਾਂ ਤੇ, ਦੇਵਤਿਆਂ ਤੇ, ਦਰਖਤਾਂ ਤੇ, ਰੁੱਖਾਂ ਤੇ, ਡੇਰਿਆਂ 'ਚ ਜਾ ਕੇ ਮੰਗ ਰਹੇ ਨੇ, ਇਹ ਉਹੀ ਲੋਕ ਨੇ ਜਿਹੜੇ ਖਜ਼ਾਨੇ ਦੇ ਵਾਰਿਸ ਬਣ ਕੇ ਵੀ ਥਾਂ ਥਾਂ ਤੇ ਠੋਕਰਾਂ ਖਾ ਕੇ ਠੀਕਰਾਂ ਮੰਗ ਰਹੇ ਨੇ। ਇਹ ਤੋਂ ਵੱਡੇ ਅਭਾਗੇ ਕੌਣ ਹੋਣਗੇ? ਤਾਂ ਗੁਰੂ ਸਾਹਿਬ ਨੇ ਕਿਹਾ, ਕਹਿੰਦੇ ਭਲਿਓ,
ਮੰਨ ਲਓ ਗੁਰੂ ਦੀ ਗੱਲ, ਭਵੈ ਨਾ ਭਿਖ, ਤੁਹਾਨੂੰ ਦੁਨੀਆ 'ਚ ਭਟਕਣਾ ਨਹੀਂ ਪਏਗਾ। ਤੁਹਾਨੂੰ ਟਿਕਾ ਮਿਲੇਗਾ, ਸਹਿਜ ਮਿਲੇਗਾ, ਆਨੰਦ ਮਿਲੇਗਾ, ਔਰ ਤੁਹਾਨੂੰ ਸਭ ਕੁਛ ਅੰਦਰੋਂ ਹੀ ਮਿਲ ਜਾਏਗਾ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਹੈ, ਉਹ ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਹੈ ਤਾਂ ਤੇਰੇ ਘਰ 'ਚ ਸਾਰਾ ਕੁਛ ਹੀ ਹੈ, ਪਰ ਸਾਨੂੰ ਲੈਣ ਦੀ ਜਾਚ ਨਹੀਂ ਆਈ, ਸਾਨੂੰ ਮੰਗਣ ਦੀ ਜਾਚ ਨਹੀਂ ਆਈ। ਹਲੇ ਅਸੀਂ ਬੜੇ ਅਗਿਆਨੀ ਆ, ਭਰਮਾਂ 'ਚ ਫਸੇ ਹਾਂ। ਇਹ ਤੇ ਸਤਿਗੁਰੂ ਆਪ ਕਿਤੇ ਦਇਆ ਕਰਦੇ, ਸਾਡੇ ਭਾਗ ਜਾਗ ਪੈਣ, ਅਸੀਂ ਥੋੜੇ ਜਿਹੇ ਇਸ ਪਾਸੇ ਤੁਰੀਏ, ਆਪਣੇ ਮਤ ਨੂੰ ਜਗਾਈਏ, ਤੇ ਅਸੀਂ ਵੀ ਇਸ ਖਜ਼ਾਨੇ ਦੇ ਮਾਲਕ ਬਣ ਸਕਦੇ ਹਾਂ। ਅੱਗੇ ਹੈ ਜੀ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣਾ ਹੈ ਮਨ ਕੋਏ। ਇੱਕ ਨਾਮ ਐਸਾ ਹੈ ਜੋ ਨਿਰੰਜਨ ਹੈ, ਜਿਸਨੂੰ ਕਦੀ ਮਾਇਆ ਦੀ ਕਾਲਕ ਨਹੀਂ ਲੱਗਦੀ, ਜਿਸ ਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ, ਜੋ ਐਸੇ ਨਾਮ ਨਿਰੰਜਨ ਨਾਲ ਜੁੜ ਜਾਂਦਾ ਹੈ। ਜੇ ਕੋ ਮਨ ਜਾਣਾ ਮਨ ਕੋਏ, ਉਹਦੇ ਅੰਦਰ ਸਹਿਜ, ਉਹਦੇ ਅੰਦਰ ਗਿਆਨ ਪ੍ਰਕਾਸ਼ ਚਾਨਣ ਹੋ ਜਾਂਦਾ ਹੈ, ਜੋ ਗੁਰੂ ਦੀ ਗੱਲ ਨੂੰ ਮਨ ਕਰਕੇ ਮੰਨ ਲੈਂਦਾ ਹੈ, ਆਪਣੇ ਅੰਦਰ ਮੰਨਦਾ ਹੈ, ਹਿਰਦੇ 'ਚ ਉਹਨੂੰ ਵਸਾ ਲੈਂਦਾ ਹੈ। ਇੱਥੇ ਸਮਾਪਤੀ ਕਰਦੇ ਹਾਂ ਜੀ। ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।